बहुत ही प्यारे बच्चों, ਅੱਜ ਆਪਾਂ ਜੋ 12ਵੀਂ ਜਮਾਤ ਦੀ ਚੋਣਵੀਂ ਪੰਜਾਬੀ ਹੈ ਨਾ ਉਸ ਦੇ ਵਿੱਚ ਛੰਦ ਪੜਾਂਗੇ ਬੱਚਿਓ, ਜੋ ਅਧਿਆਇ ਦੂਜਾ ਦੇ ਵਿੱਚ ਸ਼ਾਮਿਲ ਹੈ। ਛੰਦ ਪਤਾ ਕੀ ਹੁੰਦਾ ਬੱਚਿਓ? ਨਹੀਂ ਪਤਾ ਨਾ? ਤੇ ਚਲੋ ਫਿਰ ਆਪਾਂ ਦੇਖਦੇ ਹਾਂ ਛੰਦ ਕਿਹਨੂੰ ਕਹਿੰਦੇ ਆਪਾਂ। ਪੁਰਾਤਨ ਕਾਲ ਤੋਂ ਛੰਦ ਨੂੰ ਕਵਿਤਾ ਦਾ ਜ਼ਰੂਰੀ ਤੱਤ ਮੰਨਿਆ ਗਿਆ ਹੈ। ਛੰਦ ਸ਼ਾਸਤਰ ਦਾ ਗਿਆਨ ਕਵੀ ਦਾ ਵੱਡਾ ਗੁਣ ਮੰਨਿਆ ਜਾਂਦਾ ਸੀ। ਇਸ ਲਈ ਪੁਰਾਤਨ ਅਤੇ ਮੱਧ ਕਾਲ ਵਿੱਚ ਛੰਦ ਤੋਂ ਬਿਨਾਂ ਕਵਿਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਛੰਦ ਬਾਰੇ ਦੁਨੀਆ ਦੀ ਹਰੇਕ ਭਾਸ਼ਾ ਦੇ ਸਾਹਿਤ ਵਿੱਚ ਚਰਚਾ ਹੁੰਦੀ ਆ ਰਹੀ ਹੈ। ਭਾਰਤ ਵਿੱਚ ਛੰਦ ਬਹੁਤ ਮਹੱਤਵਪੂਰਨ ਅਤੇ ਜ਼ਰੂਰੀ ਵਿੱਦਿਆ ਸੀ, ਜਿਸ ਨੂੰ ਉਦੋਂ ਛੰਦ ਸ਼ਾਸਤਰ ਵੀ ਕਿਹਾ ਜਾਂਦਾ ਸੀ। ਠੀਕ ਹੈ ਨਾ। ਪਿੰਗਲ ਰਿਸ਼ੀ ਸੰਸਕ੍ਰਿਤ ਦਾ ਪ੍ਰਸਿੱਧ ਵਿਦਵਾਨ ਹੋਇਆ ਹੈ। ਉਸਨੇ ਸੰਸਕ੍ਰਿਤ ਦੇ ਛੰਦਾਂ ਦੇ ਨਿਯਮਾਂ ਦਾ ਵਰਣਨ ਆਪਣੇ ਗ੍ਰੰਥ ਛੰਦ ਸੂਤਰ ਵਿੱਚ ਕੀਤਾ। ਪਿੰਗਲ ਰਿਸ਼ੀ ਦੀ ਰਚਨਾ ਹੋਣ ਕਾਰਨ ਛੰਦ ਸ਼ਾਸਤਰ ਨੂੰ ਪਿੰਗਲ ਹੀ ਕਹਿ ਦਿੱਤਾ ਜਾਂਦਾ ਹੈ। ਜਿਵੇਂ ਕਿ ਪੰਜਾਬੀ ਦੀ ਇੱਕ ਕਹਾਵਤ ਹੈ ਬੱਚੋ, ਪਿੰਗਲਬਾਜ ਕਵੀਸ਼ਰੀ ਗੀਤਾਬਾਜ ਗਿਆਨ। ਗੀਤਾ ਲਿਖ ਰੱਖਿਆ ਨਾ ਇੱਥੇ, ਮਤਲਬ ਇੱਥੇ ਗੀਤਾ ਬਾਜ ਗਿਆਨ। ਗੀਤਾ ਜੋ ਆਪਣੀ ਭਗਵਤ ਗੀਤਾ ਨਾ, ਵੀ ਉਹਦੇ ਬਿਨਾਂ ਗਿਆਨ, ਅਤੇ ਪਿੰਗਲ ਦੇ ਜਿਵੇਂ ਪਿੰਗਲ ਦਾ ਮਤਲਬ ਕੀ ਹੁੰਦਾ? ਛੰਦ। ਉਹਦੇ ਬਿਨਾਂ ਕਵੀਸ਼ਰੀ ਵੀ ਕੁਛ ਨਹੀਂ, ਅਤੇ ਗੀਤਾ ਬਿਨਾਂ ਗਿਆਨ ਸੰਭਵ ਨਹੀਂ। ਠੀਕ ਹੈ ਨਾ ਬੱਚੋ। ਛੰਦ ਅਸਲ 'ਚ ਹੁੰਦਾ ਕੀ ਹੈ ਵੀ ਹਰ ਇੱਕ ਜੋ ਤੁਕ ਹੈ ਨਾ, ਜੋ ਕਵਿਤਾ ਦੀ ਸਤਰ ਹੈ, ਠੀਕ ਹੈ, ਲਾਈਨ ਹੈ, ਉਸ ਦੇ ਵਿੱਚ ਗਿਣਤੀ ਮਿਣਤੀ ਜਿਹੜੇ ਸ਼ਬਦਾਂ ਦੀ ਉਹ ਇਕਸਾਰ ਹੋਵੇ, ਅਤੇ ਇਹਨੂੰ ਆਪਾਂ ਛੰਦ ਕਹਿੰਦੇ ਹਾਂ। ਠੀਕ ਹੈ ਨਾ। ਅਤੇ ਜਿਹੜੇ ਅਖੀਰਲੇ ਅੱਖਰ ਨੇ ਉਹ ਵੀ ਮਿਲਦੇ ਹੋਣ, ਜਿਵੇਂ ਹੀਰ ਪੀਰ ਨੀਰ। ਠੀਕ ਹੈ, ਇਸ ਤਰ੍ਹਾਂ। ਅਤੇ ਬਾਕੀ ਫਿਰ ਆਪਾਂ ਹੋਰ ਦੇਖਦੇ ਹਾਂ ਇਹਦੇ ਵਿੱਚ। ਕਵਿਤਾ ਦੇ ਪ੍ਰਭਾਵ ਵਿੱਚ ਛੰਦ ਦਾ ਆਪਣਾ ਖਾਸ ਤਰ੍ਹਾਂ ਦਾ ਮਨੋਵਿਗਿਆਨਿਕ ਯੋਗਦਾਨ ਹੁੰਦਾ ਹੈ। ਕਵਿਤਾ ਸਿਰਜਣਾ ਵਿੱਚ ਛੰਦ ਦੀ ਯੁਕਤ ਨੂੰ ਪ੍ਰਭਾਵਸ਼ਾਲੀ ਯੁਕਤ ਮੰਨਿਆ ਜਾਂਦਾ ਹੈ, ਕਿਉਂਕਿ ਛੰਦ ਕਵਿਤਾ ਦੇ ਭਾਵਾਂ ਅਤੇ ਖਿਆਲਾਂ ਨੂੰ ਤਿੱਖਾ ਕਰਦੇ ਹਨ, ਭਾਵਾਂ ਅਤੇ ਖਿਆਲਾਂ ਨੂੰ ਇੱਕ ਲੜੀ ਵਿੱਚ ਪਰੋਂਦੇ ਹਨ, ਕਵਿਤਾ ਨੂੰ ਸੱਜਰਾਪਣ ਤਾਜ਼ਗੀ ਬਖਸ਼ਦੇ ਹਨ, ਕਵਿਤਾ ਦੇ ਪ੍ਰਭਾਵਾਂ ਵਿੱਚ ਵਾਧਾ ਕਰਦੇ ਹਨ, ਕਵਿਤਾ ਨੂੰ ਰਸ ਤੇ ਰਾਗ ਪੈਦਾ ਕਰਦੇ ਹਨ, ਕਵੀ ਅਤੇ ਪਾਠਕ ਵਿੱਚ ਸੁਖਾਵਾਂ ਰਿਸ਼ਤਾ ਕਾਇਮ ਕਰਦੇ ਹਨ। ਛੰਦ ਕਵਿਤਾ ਦਾ ਅਹਿਮ ਤੱਤ ਹੈ, ਜਿਸ ਨਾਲ ਕਵਿਤਾ ਵਿੱਚ ਅੰਦਰਲਾ ਅਤੇ ਬਾਹਰਲਾ ਅਨੁਸ਼ਾਸਨ ਆ ਜਾਂਦਾ ਹੈ। ਛੰਦ ਆਮ ਸਮਾਨਯ ਭਾਸ਼ਾ ਵਿੱਚੋਂ ਪੈਦਾ ਹੋਈ ਵਿਸ਼ੇਸ਼ ਭਾਸ਼ਾ ਹੈ, ਜਿਸ ਵਿੱਚੋਂ ਭਾਸ਼ਾਈ ਸੰਗੀਤ ਉਪਜਦਾ ਹੈ। ਭਾਸ਼ਾ ਛੰਦ ਦੇ ਸਾਂਚੇ ਵਿੱਚ ਢਲ ਕੇ ਸੋਝ ਸੌਂਦਰਯ ਪੈਦਾ ਕਰਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਕਵਿਤਾ ਵਿੱਚ ਪੇਸ਼ ਕੀਤੀਆਂ ਭਾਸ਼ਾਈ ਧੁਨੀਆਂ ਦਾ ਨੇਮਬੱਧ ਸੰਗਠਨ ਹੀ ਛੰਦ ਹੈ, ਜਾਂ ਕਵਿਤਾ ਵਿੱਚ ਮਾਤਰਾ ਜਾਂ ਵਰਣਨ ਦੀ ਖਾਸ ਵਿਉਂਤ ਨਾਲ ਜੋ ਸੁਰ ਤਾਲ ਅਤੇ ਤੁਕਾਂਤ ਮੇਲ ਹੁੰਦਾ ਹੈ, ਉਹੀ ਛੰਦ ਹੈ। ਭਾਵੇਂ ਆਧੁਨਿਕ ਕਾਵਿ ਵਿੱਚ ਮੁਕਤ ਛੰਦ ਕਵਿਤਾ ਲਿਖਣ ਦਾ ਰੁਝਾਨ ਹੈ, ਮਤਲਬ ਅੱਜ ਕੱਲ੍ਹ ਜੋ ਆਧੁਨਿਕ ਮਤਲਬ ਅੱਜ ਕੱਲ੍ਹ ਜੋ ਕਵਿਤਾ ਲਿਖੀ ਜਾਂਦੀ ਹੈ ਨਾ ਬੱਚਿਓ, ਉਹਦੇ ਵਿੱਚ ਛੰਦ ਨਹੀਂ ਲਗਾਏ ਜਾਂਦੇ, ਛੰਦ ਮੁਕਤ ਹੈ ਉਹ। ਠੀਕ ਹੈ ਨਾ। ਪਰ ਇਸ ਨਾਲ ਕਾਵਿ ਭਾਸ਼ਾ ਦੀ ਜ਼ਿੰਮੇਵਾਰੀ ਅਤੇ ਮਹੱਤਵ ਵਧਿਆ ਹੈ। ਨਿਰਸੰਦੇਹ ਸ਼੍ਰੇਸ਼ਟ ਕਵਿਤਾ ਛੰਦ ਮੁਕਤ ਵੀ ਹੋ ਸਕਦੀ ਹੈ। ਵਧੀਆ ਕਵਿਤਾ ਛੰਦ ਮੁਕਤ ਵੀ ਹੋ ਸਕਦੀ ਹੈ, ਮਤਲਬ ਜਿਹਦੇ ਵਿੱਚ ਛੰਦ ਨਾ ਹੋਣ ਅਤੇ ਛੰਦ ਯੁਕਤ ਛੰਦ ਹੋਣ, ਉਹ ਵੀ ਹੋ ਸਕਦੀ ਹੈ। ਪਰੰਤੂ ਕਵਿਤਾ ਵਿੱਚ ਛੰਦ ਦਾ ਮਹੱਤਵ ਬਣਿਆ ਹੋਇਆ ਹੈ ਅਤੇ ਬਣਿਆ ਰਹੇਗਾ। ਮਤਲਬ ਛੰਦ ਤਾਂ ਜ਼ਰੂਰੀ ਨੇ ਕਵਿਤਾ 'ਚ। ਪਰਿਭਾਸ਼ਾ ਦੇਖਦੇ ਹਾਂ ਬੱਚੋ, ਪੇਪਰ ਦੇ ਵਿੱਚ ਤੁਸੀਂ ਇਹ ਪਰਿਭਾਸ਼ਾ ਇਸ ਤਰ੍ਹਾਂ ਹੀ ਲਿਖਣੀ ਆ। ਛੰਦਾਬੰਦੀ ਵਿੱਚ ਗੁਰਮੁਖੀ ਵਰਨਮਾਲਾ 35 ਦੇ ਹਰ ਅੱਖਰ ਨੂੰ ਵਰਨ ਕਿਹਾ ਜਾਂਦਾ ਹੈ, ਜਿਵੇਂ ਕੱਕਾ ਖੱਖਾ ਗੱਗਾ ਘੱਗਾ, ਚੱਚਾ ਛੱਛਾ ਬੱਬਾ ਭੱਬਾ ਆਦਿ। ਲਗਾਂ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ੍ਹ ਹਨ। ਲਗਾਂ ਦਾ ਅੱਖਰਾਂ ਤੋਂ ਬਿਨਾਂ ਪ੍ਰਯੋਗ ਨਹੀਂ ਹੁੰਦਾ। ਗੁਰਮੁਖੀ ਵਰਨਮਾਲਾ ਦੇ ਅੱਖਰਾਂ ਨਾਲ ਲੱਗਦੀਆਂ ਲਗਾਂ ਦਾ ਵੇਰਵਾ ਕਿਵੇਂ ਆ ਆਪਾਂ ਦੇਖਦੇ ਹਾਂ। ਜਿਵੇਂ ਕਿ ਮੁਕਤਾ, ਠੀਕ ਹੈ, ਮੁਕਤਾ ਦਾ ਕੋਈ ਚਿੰਨ੍ਹ ਨਹੀਂ ਹੁੰਦਾ, ਮੁਕਤਾ ਖਾਲੀ ਹੁੰਦਾ। ਠੀਕ ਹੈ। ਮੁਕਤਾ ਦਾ ਮਤਲਬ ਅੱਖਰ ਨਹੀਂ, ਜਿਵੇਂ ਮੈਂ ਕਹਿੰਦੀ ਸੱਸਾ ਹਾਹਾ ਕੱਕਾ, ਇਹੀ ਮੁਕਤਾ ਹੈ ਬੱਚਿਓ। ਠੀਕ ਹੈ। ਕੰਨੇ ਦਾ ਆਪਾਂ ਦੇਖਿਆ ਵੀ ਕੰਨਾ ਕਿਸ ਤਰ੍ਹਾਂ ਹੈ। ਸਿਹਾਰੀ ਦੇਖੀ ਹੈ, ਬਿਹਾਰੀ ਇਸ ਤਰ੍ਹਾਂ ਪੈਂਦੀ ਹੈ। ਅੱਗੇ ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਘਨੌੜਾ, ਟਿੱਪੀ, ਬਿੰਦੀ, ਅੱਧਕ। ਠੀਕ ਹੈ ਨਾ।
ये सारियां की ने बच्चों अपनियां लगा मात्रावां ने। ठीक है, हुण इन्हां ने अगे कहा कि मुक्ता स्वर धुनी नूं कहंदे हन, पर इसका कोई चिन्ह नहीं हुंदा। चिन्नी मतलब जिहड़ा दिता होए ना चिन्ह औंकड़ दुलैंकड़ होड़ा घनौड़ा इदां दा कोई चिन्ह नहीं हुंदा, कल्ले जिहड़े अखर ने उही है। ठीक है ना, पंजाबी लिखण वेले जिहड़े अखरां नूं कोई लग नहीं लगदी उन्हां नूं मुक्ता वाले अखर मन्निया जाता है। अजिहे अखर विच आड़े की आवाज़ आउंदी है, जिवें अ। ठीक है, स सस्सा हुण आपां शुरू सस्से तो करदे, स तो शुरू करदे आ, खत्म अ तो हुंदा। ठीक है ना, जिवें चरण शब्द विच चरण, ये तीनों ही मुक्ता ने, इहदे नाल कुछ भी नहीं लग्या होया ते पर आवाज़ आड़े की आवाज़ आ रही है। ठीक है, हुण मात्रावां देखदे हां। किसी वर्ण का उचारण समय जिहड़ा समा लगता है उसनूं मात्रा कहा जाता है। छंदाबंदी विच अखरां दीआं मात्रावां दी गिणती कीती जाती है। मात्रा दो किस्म की हुंदी है, लघु अते गुरु। लघु का अर्थ है छोटी अते गुरु का अर्थ है वड्डी। गुरमुखी दे मुक्ता अखरां ते लगां वाले अखरां दीआं मात्रावां गिणीਆਂ ਜਾਂਦੀਆਂ ਹਨ। लघु वर्ण ਦੀ ਇੱਕ ਮਾਤਰਾ ਹੁੰਦੀ ਹੈ ਤੇ ਗੁਰੂ ਵਰਨ ਦੀਆਂ ਦੋ ਮਾਤਰਾਵਾਂ ਹੁੰਦੀਆਂ ਹਨ। ਛੰਦਾਬੰਦੀ ਵਿੱਚ ਲਘੂ ਅਤੇ ਗੁਰੂ ਵਰਨਾਂ ਦਾ ਵੇਰਵਾ ਹੈ ਇਸ ਪ੍ਰਕਾਰ ਹੈ। ਆਪਾਂ ਦੇਖਦੇ ਹਾਂ ਲਘੂ ਕਿਹੜੇ ਹੁੰਦੇ ਨੇ, ਦੂਸਰੇ ਕਿਹੜੇ ਹੁੰਦੇ ਨੇ ਬੱਚੋ। ਮੁਕਤਾ ਅੱਖਰ ਜਿਵੇਂ ਕੱਕਾ, ਖੱਖਾ, ਗੱਗਾ, ਚੱਚਾ ਆਦਿ। ਸਿਹਾਰੀ ਵਾਲੇ ਵਰਨ ਅੱਖਰ ਮਤਲਬ ਜਿਵੇਂ ਕੇ, ਖੇ, ਗੇ, ਜੇ ਆਦਿ। ਠੀਕ ਹੈ, ਔਂਕੜ ਵਾਲੇ ਜਿਵੇਂ ਕੁ, ਕੁ, ਗੁ, ਚੂ। ਠੀਕ ਹੈ, ਤੇ ਛੰਦ ਵਿਧਾਨ ਵਿੱਚ ਲਘੂ ਵਰਨ ਨੂੰ ਚਿੰਨ੍ਹਿਤ ਕਰਨ ਲਈ ਇੱਕ ਅੱਖਰਾਂ ਦੇ, ਠੀਕ ਹੈ ਨਾ, ਤੇ ਆਪਾਂ ਦੇਖਦੇ ਹਾਂ ਵੀ ਸਿਰ ਉੱਤੇ ਖੜੀ ਲਕੀਰ ਹੈ। ਠੀਕ ਹੈ, ਤੇ ਇਹਨਾਂ ਨੇ ਕਿਹਾ ਵੀ ਜਿਹੜਾ ਆਪਾਂ ਨਿਸ਼ਾਨੀ ਪਾਈ ਹੈ ਨਾ ਇੱਕ ਵਾਲੀ, ਛੰਦ ਵਿਧਾਨ ਵਿੱਚ ਲਘੂ ਵਰਨ ਜਿਹੜੇ ਲਘੂ ਨੇ, ਠੀਕ ਹੈ, ਛੋਟੇ ਨੇ, ਨੂੰ ਚਿੰਨ੍ਹਿਤ ਕਰਨ ਵਾਸਤੇ ਇਹ ਵਰਤਿਆ ਗਿਆ। ਬਾਰ-ਬਾਰ ਲਘੂ ਨਹੀਂ ਲਿਖਣਾ ਆਪਾਂ ਨੇ, ਇੱਕੋ ਹੀ ਇਹਨੂੰ ਚਿੰਨ੍ਹ ਦੇਤਾ, ਕੋਡ ਦੇਤਾ। ਠੀਕ ਹੈ, ਹੁਣ ਆਪਾਂ ਜਿੱਥੇ ਵੀ ਕਿਤੇ ਹੁਣ ਲਘੂ ਵਰਨ ਆਉਣਗੇ ਆਪਾਂ ਇਹੀ ਉੱਪਰ ਇੱਕ ਹੀ ਲਿਖਾਂਗੇ। ਠੀਕ ਹੈ ਨਾ, ਜਿਵੇਂ ਕਰ ਹੈ, ਦੋ ਲਘੂ ਆ ਗਏ ਦੇ ਵਿੱਚ, ਸੋਹਜ ਤਿੰਨ ਆ ਗਏ, ਸਿਰ, ਠੀਕ ਹੈ, ਇਸ ਦੇ ਵਿੱਚ ਕਿੰਨਾ ਆ ਗਏ ਦੋ। ਠੀਕ ਹੈ ਬੱਚੋ, ਸੁਰੱਖਿਅਤ ਵਿੱਚ ਪੰਜ ਲਘੂ, ਪੰਜ ਦੇਖੋ ਸੂ, ਠੀਕ ਹੈ, ਰ, ਕੇ, ਅ, ਤ, ਪੰਜ ਨੇ ਇਹ। ਠੀਕ ਹੈ ਬੱਚੋ, ਆਪਾਂ ਬਸ ਇੱਕੋ ਹੀ ਗੱਲ ਯਾਦ ਰੱਖਣੀ ਹੈ ਵੀ ਜਿਹੜੇ ਤਿੰਨ ਹੋਣੇ ਨਾ, ਜਿਵੇਂ ਮੁਕਤਾ ਹੋ ਗਿਆ, ਸਿਹਾਰੀ ਅਤੇ ਔਂਕੜ, ਇਹ ਲਘੂ ਵਰਨ ਹੁੰਦੇ ਹਨ। ਠੀਕ ਹੈ ਨਾ, ਜਿਹੜੇ ਇਹਦੇ ਨਾਲ ਲੱਗਦੇ ਨੇ, ਅਤੇ ਲਘੂ ਸਵਰ ਇਹ ਹੁੰਦੇ ਨੇ ਬੱਚੇ ਜਿਨ੍ਹਾਂ ਦੇ ਉਚਾਰਨ ਬੋਲਣ ਵੇਲੇ ਆਪਾਂ ਨੂੰ ਘੱਟ ਸਮਾਂ ਲੱਗਦਾ, ਉਹਨੂੰ ਲਘੂ ਦਾ ਮਤਲਬ ਕੀ ਹੁੰਦਾ, ਛੋਟਾ। ਠੀਕ ਹੈ ਨਾ, ਜਿਨ੍ਹਾਂ ਦੇ ਉਚਾਰਨ ਸਮੇਂ ਮਤਲਬ ਬੋਲਣ ਵੇਲੇ ਆਪਾਂ ਨੂੰ ਘੱਟ ਸਮਾਂ ਲੱਗਦਾ ਉਹਨੂੰ ਲਘੂ ਸਵਰ ਕਿਹਾ ਜਾਂਦਾ। ਜਿਵੇਂ ਆਪਾਂ ਨੂੰ ਦੱਸਿਆ ਉੱਪਰ। ਠੀਕ ਹੈ, ਕੀ ਦੱਸਿਆ, ਇੱਕ ਤਾਂ ਮੁਕਤਾ ਹੀ ਹੋ ਗਿਆ, ਇੱਕ ਸਿਹਾਰੀ ਅਤੇ ਔਂਕੜ, ਤਿੰਨ ਹੋ ਗਏ ਇਹ। ਠੀਕ ਹੈ ਨਾ, ਕੀ, ਠੀਕ ਹੈ, ਉਹ, ਠੀਕ ਹੈ, ਇਸ ਤਰ੍ਹਾਂ। ਇੱਕ ਤਾਂ ਹੁੰਦਾ ਕੀ ਅਤੇ ਕੀ ਨੂੰ ਜ਼ਿਆਦਾ ਸਮਾਂ ਲੱਗ ਰਿਹਾ, ਕੀ ਨੂੰ ਘੱਟ। ਠੀਕ ਹੈ, ਇਸ ਕਰਕੇ ਇਹ ਵੀ ਹੋ ਸਕਦਾ ਮੁਕਤਾ ਅੱਖਰ ਜਿਵੇਂ ਕ। ਠੀਕ ਹੈ, ਔਂਕੜ ਦੁਲੈਂਕੜ ਜਿਵੇਂ ਕੁ, ਕੂ ਨੂੰ ਜ਼ਿਆਦਾ ਸਮਾਂ ਲੱਗੇ, ਕੁ ਕਿਹਾ। ਠੀਕ ਹੈ ਨਾ, ਸੋ ਗੁਰੂ ਵਰਨ ਦੇਖਦੇ ਆਪਾਂ। ਠੀਕ ਹੈ, ਗੁਰੂ ਮਤਲਬ ਜਿਨ੍ਹਾਂ ਨੂੰ ਜ਼ਿਆਦਾ ਸਮਾਂ ਲੱਗਦਾ, ਕੰਨਾ, ਕਾ, ਖਾ, ਗਾ, ਚਾ। ਠੀਕ ਹੈ ਨਾ, ਬਿਹਾਰੀ ਕੀ, ਕੀ, ਗੀ, ਜੀ, ਗੁਰੂ ਵਰਨ ਕਿਹਾ ਇਹਨਾਂ ਨੂੰ। ਠੀਕ ਹੈ, ਦੁਲੈਂਕੜ ਕੁ, ਖੂ, ਗੂ, ਚੂ। ਠੀਕ ਹੈ, ਉੱਪਰ ਆਪਾਂ ਪੜ੍ਹਿਆ ਸੀ ਉਹ ਲਘੂ ਸੀ, ਗੁਰੂ ਦਾ ਮਤਲਬ ਗੁਰੂ ਨੇ, ਮਤਲਬ ਆਪਾਂ ਕਹਿੰਦੇ ਉਹਦਾ ਵੀ ਗੁਰੂ ਹੈ, ਗੁਰੂ ਮਤਲਬ ਵੱਡਾ। ਠੀਕ ਹੈ, ਲਾਵਾਂ ਵਾਲੇ ਕੇ, ਖੇ, ਗੇ, ਚੇ, ਮਤਲਬ ਇਹਨਾਂ ਨੇ ਬੋਲਣ ਸਮੇਂ ਆਪਾਂ ਨੂੰ ਜ਼ਿਆਦਾ ਸਮਾਂ ਲੱਗਦਾ, ਕਿਉਂਕਿ ਗੁਰੂ ਨੂੰ ਜ਼ਿਆਦਾ ਸਮਾਂ ਲੱਗਦਾ, ਸਾਰੇ ਉਹਨੂੰ ਸੁਣਦੇ ਨੇ, ਇਸ ਕਰਕੇ ਇਹ ਕੀ ਹੋ ਗਿਆ ਇੱਕ ਤਰ੍ਹਾਂ ਦਾ ਬੱਚੋ ਜ਼ਿਆਦਾ ਸਮਾਂ ਵਾਲੇ ਜਿਹੜੇ ਆਹ ਨੇ ਲਗਾ ਮਾਤਰਾਵਾਂ ਨਾਲ ਲੱਗ ਕੇ। ਠੀਕ ਹੈ ਨਾ, ਉਸ ਤੋਂ ਬਾਅਦ ਇਹ 9 ਨੇ ਬੱਚੋ। ਆਪਾਂ ਦੇਖਦੇ ਹਾਂ ਦੁਲਾਵਾਂ ਵੀ, ਕੈ, ਖੈ, ਗੈ, ਚੈ। ਠੀਕ ਹੈ ਨਾ, ਹੋੜਾ ਕੋ, ਖੋ, ਗੋ, ਚੋ। ਘਨੌੜਾ ਕੌ, ਖੌ, ਗੌ, ਚੌ। ਟਿੱਪੀ ਕ, ਕ, ਗ, ਚ। ਠੀਕ ਹੈ, ਅੱਧਕ ਕ, ਖ, ਗ, ਚ। ਠੀਕ ਹੈ, ਅਤੇ ਹੁਣ ਦੇਖਦੇ ਹਾਂ ਬੱਚੋ, ਦੇਖੋ ਜਿਵੇਂ ਪਹਿਲਾਂ ਏਕਾ ਵਰਤਿਆ ਸੀ ਆਪਾਂ ਲਘੂ ਵਾਸਤੇ, ਅਤੇ ਗੁਰੂ ਵਾਸਤੇ ਸੱਸਾ ਵਰਤਾਂਗੇ, ਐਸ ਦਾ ਨਿਸ਼ਾਨ ਹੈ ਜਿਹੜਾ। ਠੀਕ ਹੈ, ਅਤੇ ਵਾਰੀ ਵਾਰੀ ਗੁਰੂ ਗੁਰੂ ਨਹੀਂ ਲਿਖਾਂਗੇ ਆਪਾਂ, ਐਸ ਦਾ ਨਿਸ਼ਾਨ ਦੇਖਾਂਗੇ ਇਹ 'ਚ ਕਿੰਨੇ ਆਉਂਦੇ ਨੇ। ਅਤੇ ਕੌਮੀ ਦੇ ਵਿੱਚ ਕੀ ਹੈ, 2 ਆ ਗਏ। ਠੀਕ ਹੈ, 4 ਹੈ ਨਾ, 2 ਗੁਰੂ ਨੇ, 4 ਮਾਤਰਾ। ਠੀਕ ਹੈ, ਅਤੇ ਸਾਰਾ, ਸਾਰਾ 4 ਹੋ ਗਏ ਇਹ। ਠੀਕ ਹੈ ਨਾ, ਸਾਰਾ ਸੱਸੇ ਕੰਨਾ, ਰਾਰੇ ਨੂੰ ਕਰਨਾ। ਠੀਕ ਹੈ, ਧੋਬੀਆਂ, ਧੋਬੀਆਂ 6। 3 ਤਾਂ ਆਪਾਂ ਦੇਖੇ ਮੁਕਤਾ ਅਤੇ ਉੱਪਰ ਜਿਹੜੇ 3 ਇਹ ਨਾਲ ਜੁੜੇ ਹੋਏ ਨੇ। ਠੀਕ ਹੈ ਬੱਚੋ, ਤਾਂ ਨੋਟ, ਬਿੰਦੀ ਆਮ ਤੌਰ 'ਤੇ ਗੁਰੂ ਵਰਨਾਂ ਨਾਲ ਲੱਗਦੀ ਹੈ। ਲੰਬੇ ਜਿਹੜੇ ਵਰਨ ਨੇ ਇਸ ਦੀ ਮਾਤਰਾ ਨਹੀਂ ਗਿਣੀ ਜਾਂਦੀ। ਜੇਕਰ ਬਿੰਦੀ ਲਘੂ ਜਿਹੜੇ ਲਗਾ ਨਾਲ ਲੱਗੇ ਤਾਂ ਮਾਤਰਾ ਗਿਣੀ ਜਾਂਦੀ ਹੈ।
ਠੀਕ ਹੈ, ਧਿਆਨ ਰੱਖਣਾ ਹੈ ਆਪਾਂ ਨੇ। ਤੁਕ ਦੇਖਦੇ ਆਪਾਂ। ਵਰਨ, ਮਾਤਰਾ ਅਤੇ ਲਘੂ ਗੁਰ ਤੋਂ ਬਾਅਦ ਛੰਦ ਸ਼ਾਸਤਰ ਇੱਕ ਮਹੱਤਵਪੂਰਨ ਇਕਾਈ ਤੁਕ ਆ ਜਾਂਦੀ ਹੈ। ਇਸ ਦੀ ਛੰਦ ਦੀ ਇੱਕ ਪੂਰੀ ਸਤਰ ਜਾਂ ਪੰਕਤੀ ਨੂੰ ਤੁਕ ਕਿਹਾ ਜਾਂਦਾ ਹੈ। ਤੁਕ ਲਾਈਨ ਬੱਚੋ, ਠੀਕ ਹੈ। ਸਤਰ ਜਿਹੜੀ ਆਪਾਂ ਕਵਿਤਾ ਦੀ ਪੜ੍ਹਦੇ ਹਾਂ ਨਾ, ਇੱਕ ਲਾਈਨ ਹੋ ਗਈ, 2 ਲਾਈਨ, ਜਿਹਨੂੰ ਤੁਸੀਂ ਲਾਈਨ ਬੋਲ ਦਿੰਦੇ ਆ, ਠੀਕ ਹੈ, ਤੁਕ ਕਿਹਾ ਜਾਂਦਾ। ਆਪਾਂ ਦੇਖਦੇ ਇਹਨੂੰ। ਦਿਲ ਵਿੱਚ ਤਪਸ਼ ਥਲਾਂ ਦੀ ਗਰਮੀ, ਆਣ ਫਿਰਾਕ ਰੰਝਾਣੀ, ਕਿਚਕਰ ਨੈਣ ਕਰਨ ਦਿਲ ਬਰੀਆਂ, ਚੋਣ ਲਬਾਂ ਵਿੱਚ ਪਾਣੀ, ਫਿਰ ਡਾਢ ਕਰੇ ਹਟ ਦਿਲ ਦਾ, ਪਰ ਜਦ ਬਹੁਤ ਵਿਹਾਣੀ, ਹਾਸ਼ਮ ਯਾਰ ਯਾਦ ਭੰਬੋਰ ਪਿਆ ਉਸ, ਟੁੱਟ ਗਿਆ ਮਾਣ ਨਿਮਾਣੀ। ਠੀਕ ਹੈ, ਹਾਸ਼ਮ ਸ਼ਾਹ ਜੀ ਦੀ ਰਚਨਾ ਹੈ ਸੱਸੀ ਪੁੰਨੂ, ਅਤੇ ਉਹ ਆਪਾਂ ਦੇਖੀਏ। ਠੀਕ ਹੈ, ਇਸ ਦੇ ਵਿੱਚ 4 ਤੁਕਾਂ ਹਨ। ਪਹਿਲੀ ਤੁਕ ਦਿਲ ਵਾਲੀ, ਫਿਰ ਕਿਚਕਰ ਵਾਲੀ, ਫਿਰ ਠੀਕ ਹੈ ਹਾਸ਼ਮ। ਆਪਾਂ ਕਹਾਂਗੇ ਵੀ 4 ਲਾਈਨਾਂ ਨੇ। ਲਾਈਨ ਦਾ ਮਤਲਬ ਕੀ ਹੁੰਦਾ? ਤੁਕ। ਠੀਕ ਹੈ ਨਾ ਬੱਚੋ। ਭਾਸ਼ਾ 'ਤੇ ਨਾ ਜਾਓ, ਕਿਉਂਕਿ ਭਾਸ਼ਾ ਥੋੜ੍ਹੀ ਜਿਹੀ ਬੱਚੋ ਸਜਾਵਟ ਵਾਲੀ ਆਪਣੇ ਲਈ ਵਰਤੀ ਜਾਂਦੀ ਹੁੰਦੀ, ਇਸ ਕਰਕੇ ਆਪਾਂ ਨੂੰ ਔਖੀ ਲੱਗਦੀ ਹੈ, ਪਰ ਇਹ ਆਪਣੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਠੀਕ ਹੈ, ਗਣ ਦੇਖਦੇ ਆਪਾਂ। ਛੰਦ ਸ਼ਾਸਤਰ ਵਿੱਚ ਅੱਖਰਾਂ ਜਾਂ ਮਾਤਰਾਵਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ? ਗਣ ਆਖਦੇ ਹਾਂ। ਅੱਖਰਾਂ ਜਾਂ ਮਾਤਰਾ ਦੇ ਉਹ ਇਕੱਠ ਜਿਨ੍ਹਾਂ ਅਨੁਸਾਰ ਛੰਦ ਦੀ ਚਾਲ ਬਣਦੀ ਹੈ, ਗਣ ਅਖਵਾਉਂਦੇ ਹਨ। ਚਰਨ ਦੇਖਦੇ ਹਾਂ। ਚਰਨ ਦਾ ਅਰਥ ਤਾਂ ਪੈਰ ਹੈ, ਪਰ ਛੰਦਾਬੰਦੀ ਵਿੱਚ ਕਵਿਤਾ ਦੀ ਤੁਕ 'ਤੇ ਜਿੱਥੇ ਠਹਿਰਾਓ ਆਉਂਦਾ ਹੈ ਨਾ ਬੱਚੋ, ਉਹਨੂੰ ਚਰਨ ਕਿਹਾ ਜਾਂਦਾ। ਜਿਵੇਂ ਹੁਣ ਗਣ ਦੇਖਿਆ ਆਪਾਂ ਨੇ, ਗਣ ਦੇ ਵਿੱਚ ਕੀ ਸੀਗਾ? ਛੰਦ ਸ਼ਾਸਤਰ ਵਿੱਚ ਅੱਖਰਾਂ ਜਾਂ ਮਾਤਰਾ ਦੇ ਸਮੂਹ ਨੂੰ, ਅੱਖਰਾਂ ਦੇ ਸਮੂਹ ਨੂੰ ਕੀ ਕਹਿੰਦੇ? ਗਣ ਕਹਿੰਦੇ ਆਪਾਂ। ਠੀਕ ਹੈ, ਅਤੇ ਜਿਵੇਂ ਚਾਲ ਬਣਦੀ ਹੈ ਅੱਗੇ ਆਪਾਂ ਦੇਖਾਂਗੇ। ਮਤਲਬ ਹੁਣ ਛੰਦ ਅਸਲ 'ਚ ਹੁੰਦੀ ਉਹੀ ਨੇ ਬੱਚੋ, ਵੀ ਇੱਕ ਲਾਈਨ ਦੇ ਵਿੱਚ, ਇੱਕ ਤੁਕ ਦੇ ਵਿੱਚ ਕਿੰਨੇ ਅੱਖਰ ਆਉਣਗੇ, ਠੀਕ ਹੈ, ਕਿੰਨੇ ਗਣ ਆਉਣਗੇ। ਚਰਨ ਕੀ ਹੁੰਦੇ ਨੇ? ਠੀਕ ਹੈ, ਜਿੱਥੇ ਠਹਿਰਾਓ ਆਉਂਦਾ। ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ। ਠੀਕ ਹੈ, ਇਸ ਵਿੱਚ ਕੈ ਸ਼ਬਦ ਇੱਥੇ ਠਹਿਰਾ ਆ ਗਏ ਨਾ, ਸਗਲ ਦੁਆਰ ਕੋ ਛਾੜ ਕੇ, ਰੁਕ ਗਏ ਨਾ ਆਪਾਂ ਬੱਚੋ, ਜਿੱਥੇ ਰੁਕ ਗਏ ਉੱਥੇ ਚਰਨ ਕਹਿੰਦੇ ਨੇ ਉਹਨੂੰ। ਬਸ ਸਧਾਰਨ। ਠੀਕ ਹੈ, ਹੁਣ ਆਪਾਂ ਤੁਕਾਂਤ ਦੇਖਦੇ ਹਾਂ ਕੀ ਹੈ। ਤੁਕਾਂਤ, ਤੁਕ ਦਾ ਅੰਤ ਦੇ ਮੇਲ ਤੋਂ ਬਣੇ ਸ਼ਬਦ ਨੂੰ ਤੁਕਾਂਤ, ਅਰਥ ਤੁਕ ਦੇ ਆਖਰੀ ਸ਼ਬਦ ਤੋਂ ਹੈ। ਤੁਕਾਂਤ ਮੇਲ ਵੀ ਹੋ ਸਕਦਾ ਹੈ, ਬੇਮੇਲ ਵੀ, ਹੈ ਨਾ। ਤੁਕਾਂ ਦੇ ਅੰਤ ਵਿੱਚ ਜਿਵੇਂ ਰੰਝਾਣੀ, ਪਾਣੀ, ਵਿਹਾਣੀ, ਨਿਮਾਣੀ ਹੁੰਦਾ ਨਾ, ਤੁਕ ਦੇ ਅੰਤ ਦੇ ਵਿੱਚ, ਗੀਤਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ, ਉਹ ਸਾਰਾ ਕੁਛ ਤੁਕਾਂਤ ਹੈ। ਵਿਸ਼ਰਾਮ ਦੇਖਦੇ ਹਾਂ ਬੱਚੋ ਆਪਾਂ। ਛੰਦ ਦੀ ਤੁਕ ਦਾ ਉਚਾਰਨ ਕਰਨ ਸਮੇਂ ਜਿੱਥੇ ਵਿਰਾਮ ਠਹਿਰਾਓ ਹੋਵੇ, ਉਸ ਨੂੰ ਵਿਸ਼ਰਾਮ ਚਿੰਨ੍ਹ ਤਾਂ ਆਪਾਂ ਨੂੰ ਪਤਾ ਹੀ ਹੈ ਨਾ। ਆਪਾਂ ਪੜ੍ਹਦੇ ਹਾਂ, 13 ਵਿਸ਼ਰਾਮ ਚਿੰਨ੍ਹ ਪੜ੍ਹੇ ਨੇ ਆਪਾਂ, ਕੌਮਾ, ਡੰਡੀ, ਠੀਕ ਹੈ, ਸਾਰਾ ਕੁਛ ਵਿਸ਼ਰਾਮ ਚਿੰਨ੍ਹ ਹੁੰਦੇ ਨੇ। ਠੀਕ ਹੈ ਨਾ। ਤੁਕਾਂਤ ਦਾ ਤਾਂ ਪਤਾ ਲੱਗ ਗਿਆ ਆਪਾਂ ਨੂੰ, ਮੇਲ ਜਿਹੜਾ ਆਪਾਂ ਦੇਖਿਆ ਸੀ। ਹੁਣ ਹੁੰਦਾ ਤੁਕਾਂਗ ਸ਼ਬਦ ਤੁਕ ਤੇ ਅੰਗ ਦੇ ਸੁਮੇਲ ਤੋਂ ਬਣਿਆ ਹੈ। ਵਿਸ਼ਰਾਮ ਚਿੰਨ੍ਹ ਲੱਗਣ ਨਾਲ ਤੁਕ ਦੇ ਜੋ ਭਾਗ ਬਣਦੇ ਹਨ ਉਹਨੂੰ ਤੁਕਾਂਗ ਕਿਹਾ ਜਾਂਦਾ। ਠੀਕ ਹੈ ਨਾ ਬੱਚੋ। ਅਤੇ ਆਪਾਂ ਦੇਖਿਆ ਤੁਕ ਦਾ ਅੰਗ, ਠੀਕ ਹੈ, ਵਿਸ਼ਰਾਮ ਚਿੰਨ੍ਹ ਲੱਗਣ ਨਾਲ ਤੁਕ ਦੇ ਜੋ ਭਾਗ ਬਣਦੇ ਹਨ ਉਹਨਾਂ ਨੂੰ ਤੁਕਾਂਗ ਕਿਹਾ ਜਾਂਦਾ। ਹੁਣ ਚਲੋ ਫਿਰ ਆਪਾਂ ਛੰਦ ਦੀਆਂ ਕਿਸਮਾਂ ਪੜ੍ਹਦੇ ਹਾਂ। ਵਰਨਿਕ ਛੰਦ, ਠੀਕ ਹੈ, ਸਭ ਤੋਂ ਪਹਿਲਾਂ ਵਰਨਿਕ ਛੰਦ ਹੈ। ਵਰਨਿਕ ਛੰਦਾਂ ਵਿੱਚ ਕੇਵਲ ਵਰਨਾਂ ਜਾਂ ਅੱਖਰਾਂ ਦੀ ਹੀ ਗਿਣਤੀ ਕੀਤੀ ਜਾਂਦੀ ਹੈ। ਕਬਿੱਤ ਅਤੇ ਕੋਰੜਾ ਵਰਨਿਕ ਛੰਦ ਹਨ। ਠੀਕ ਹੈ, ਇਹਨਾਂ ਦੇ ਵਿੱਚ ਵਰਨ ਅਤੇ ਅੱਖਰਾਂ ਦੀ ਗਿਣਤੀ, ਵਰਨ ਕੀ ਹੁੰਦੇ ਨੇ ਬੱਚੋ? ਅੱਖਰ। ਜਿਸ 'ਚ ਅੱਖਰਾਂ ਦੀ ਗਿਣਤੀ ਕੀਤੀ ਜਾਵੇ ਉਹਨੂੰ ਵਰਨਿਕ। ਮਾਤਰਿਕ ਕੀ ਹੁੰਦੇ ਨੇ? ਮਾਤਰਿਕ ਛੰਦ ਵਿੱਚ ਮਾਤਰਾ ਦੀ ਗਿਣਤੀ ਕੀਤੀ ਜਾਂਦੀ ਹੈ। ਠੀਕ ਹੈ, ਕਿੰਨੀਆਂ ਮਾਤਰਾਵਾਂ ਨੇ। ਠੀਕ ਹੈ, ਮਾਤਰਿਕ ਮਤਲਬ ਮਾਤਰਾ ਦੀ। ਵਰਨ ਜਾਂ ਅੱਖਰਾਂ ਦੀ ਗਿਣਤੀ ਵੱਧ ਜਾਂ ਘੱਟ ਹੋ ਸਕਦੀ ਹੈ। ਠੀਕ ਹੈ ਨਾ। ਮਾਤਰਿਕ ਇਹਦੇ ਵਿੱਚ ਮਾਤਰਾ ਦੀ ਗਿਣਤੀ ਹੁੰਦੀ ਹੈ। ਵਰਨਿਕ 'ਚ ਵਰਨਾਂ ਦੀ ਗਿਣਤੀ, ਬਸ ਸਧਾਰਨ। ਠੀਕ ਹੈ, ਔਖਾ ਕੁਛ ਵੀ ਨਹੀਂ। ਜਿਵੇਂ ਉਹ 2 ਸੀਗੇ, ਕਬਿੱਤ ਤੇ ਕੋਰੜਾ, ਇੱਥੇ ਦੋਹਰਾ, ਸੋਰਠਾ ਮਤਲਬ ਮਾਤਰਿਕ। ਠੀਕ ਹੈ, ਅਤੇ ਤੀਜੀ ਕਿਸਮ ਦਾ ਆ ਗਿਆ ਬੱਚੋ ਗਣਿਕ। 3 ਪੜ੍ਹ ਲਏ ਨਾ ਆਪਾਂ, ਵਰਨਿਕ, ਮਾਤਰਿਕ ਅਤੇ ਗਣਿਕ। ਗਣਿਕ ਛੰਦ ਵਿੱਚ ਗਣਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਹੁਣ ਅਸੀਂ ਕਬਿੱਤ, ਕੋਰੜਾ, ਦੋਹਰਾ, ਦਵਈਆ, ਚੌਪਾਈ ਅਤੇ ਬੈਂਤ ਛੰਦ ਬਾਰੇ ਉਦਾਹਰਨਾਂ ਸਹਿਤ ਚਰਚਾ ਕਰਾਂਗੇ। ਕਬਿੱਤ ਛੰਦ ਲੱਛਣ ਦੇਖਦੇ ਆਪਾਂ। ਕਬਿੱਤ ਇੱਕ ਵਰਨਿਕ ਛੰਦ ਹੈ। ਇਸ ਵਿੱਚ 4 ਲੰਮੀਆਂ ਤੁਕਾਂ ਹੁੰਦੀਆਂ ਹਨ। ਹਰ ਇੱਕ ਤੁਕ ਵਿੱਚ 4 ਵਿਸ਼ਰਾਮ ਹੁੰਦੇ ਹਨ, ਜਾਂ ਇਸ ਤਰ੍ਹਾਂ ਕਹੋ ਕਿ ਇਸ ਵਿੱਚ ਹਰ ਤੁਕ ਦੇ 2-2 ਚਰਨ ਹੁੰਦੇ ਹਨ ਅਤੇ ਹਰ ਚਰਨ ਵਿੱਚ 2-2 ਵਿਸ਼ਰਾਮ ਹੁੰਦੇ ਹਨ। ਹਰ ਤੁਕ ਦੇ 4 ਵਿਸ਼ਰਾਮਾਂ ਨੂੰ ਤੁਕਾਂਗ ਕਿਹਾ ਜਾਂਦਾ ਹੈ। ਹਰੇਕ ਤੁਕ ਦੇ 4 ਤੁਕਾਂਤਾਂ ਵਿੱਚੋਂ ਪਹਿਲੇ 3 ਤੁਕਾਂਗ ਵਿੱਚ 8-8 ਵਰਨਾਂ ਦਾ ਵਿਧਾਨ ਹੁੰਦਾ ਹੈ। ਬੱਚਿਓ ਭਾਸ਼ਾ 'ਤੇ ਬਿਲਕੁਲ ਵੀ ਨਹੀਂ ਜਾਣਾ, ਤੁਸੀਂ ਬਸ ਇਹੀ ਸਮਝ ਲਓ। ਠੀਕ ਹੈ ਨਾ, ਵੀ ਜਿਹੜੀ ਤੁਕ ਹੁੰਦੀ ਹੈ ਨਾ, ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਹਰ ਇੱਕ ਤੁਕ ਲਾਈਨ ਦੇ 4 ਤੁਕਾਂਗਾਂ ਵਿੱਚੋਂ ਪਹਿਲੇ 3 ਜਿਹੜੇ ਤੁਕਾਂਗ ਨੇ ਉਹਨਾਂ ਵਿੱਚ 8-8 ਵਰਨ ਦਾ ਵਿਧਾਨ ਹੈ। 8-8 ਵਰਨ ਹੁੰਦੇ ਨੇ। ਠੀਕ ਹੈ ਨਾ। ਚੌਥੇ ਦੇ ਵਿੱਚ 7 ਜਾਂ ਕਈ ਵਾਰੀ 8 ਹੁੰਦੇ ਨੇ। ਠੀਕ ਹੈ ਨਾ।
ਅਰਥਾਤ ਹਰ ਇੱਕ ਤੁਕ ਦੇ ਵਿੱਚ 31 8 8 8 ਪਲੱਸ 7 ਜਾਂ ਕਹਾਂਗੇ 32 ਹੁੰਦੇ ਨੇ, 8 8 ਹੁੰਦੇ ਨੇ। ਦੇਖੋ ਬੱਚੇ, ਜਿਹੜੇ ਪਹਿਲਾਂ ਲਿਖੇ ਜਾਂਦੇ ਸੀ ਨਾ ਉਹ ਇਸ ਤਰ੍ਹਾਂ ਲਿਖਿਆ ਜਾਂਦਾ ਸੀ, ਵਰਨਾਂ ਦੀ ਗਿਣਤੀ ਵੀ ਉਹਦੇ ਵਿੱਚ ਸਾਰੀ ਦੇਖੀ ਜਾਂਦੀ ਸੀ ਵੀ ਕਿੰਨੇ ਅੱਖਰ ਹੋਣਗੇ, ਠੀਕ ਹੈ ਨਾ। ਮਾਲਵੇ ਦੀ ਕਵਿਸ਼ਰੀ ਵਿੱਚ ਕਪਿਤ ਛੰਦ ਬਹੁਤ ਪ੍ਰਚਲਿਤ ਰਿਹਾ ਹੈ। ਦੇਖੋ, ਜਿਹੜੇ ਪਹਿਲਾਂ ਲਿਖਦੇ ਸੀ ਉਹਨਾਂ ਨੂੰ ਕੌਣ ਬੱਚੇ ਸਿਖਾਉਂਦਾ ਸੀ, ਉਹ ਇੰਨਾ ਔਖਾ ਲਿਖਦੇ ਸੀ। ਅੱਜ ਕੱਲ੍ਹ ਤਾਂ ਚਲੋ ਬਹੁਤ ਸੌਖਾ ਲਿਖਣਾ, ਖੁੱਲ੍ਹਾ ਹੈ, ਜੋ ਦਿਲ ਚਾਹੁੰਦਾ ਲਿਖੋ, ਹੈ ਨਾ। ਪਰ ਪਹਿਲਾਂ ਇੱਦਾਂ ਨਹੀਂ ਸੀ ਹੁੰਦਾ ਬੱਚਿਓ, ਪਹਿਲਾਂ ਬੜਾ ਸੋਚ ਵਿਚਾਰ ਕੇ ਲਿਖਿਆ ਜਾਂਦਾ ਸੀ। ਇਹੋ ਜਿਹੇ ਹੁਸ਼ਿਆਰ ਆਪਣਾ ਸੱਭਿਆਚਾਰ ਹੈ ਬੱਚਿਓ, ਠੀਕ ਹੈ। ਚੱਲ ਮਨਾ ਤੁਰੀ ਚੱਲ, ਸਾਚੇ ਰਾਹੇ ਲੱਕ ਬੰਨ, ਪੁੱਜ ਉਸ ਦਰ 'ਤੇ ਜਿੱਥੇ ਅੰਤ ਜਾਣਾ ਹੈ। ਇਹਦੇ ਵਿੱਚ ਦੇਖੋ 31 ਵਰਨ ਨੇ ਬੱਚਿਓ। ਰਿਖੀ ਮੁਨੀ ਜਤੀ ਤਪੀ, ਸਾਧ ਸੰਤ ਜੋਗੀਆਂ ਦਾ ਆਸਰਾ ਹੈ ਉਹ ਸੱਚ, ਉਹ ਹੀ ਟਿਕਾਣਾ ਹੈ, ਠੀਕ ਹੈ। ਇਹ 'ਚ ਵੀ 31 ਨੇ। ਉਸ ਦੇ ਧਿਆਨ ਵਿੱਚ ਰਾਤ ਦਿਨ ਵਸ ਦਿਲੋਂ, ਜੂਨਾ ਜਮਾ ਨਰਕਾਂ ਤੋਂ ਉਸੇ ਹੀ ਬਚਾਣਾ ਹੈ। ਇਹਦੇ ਵਿੱਚ ਵੀ 31 ਨੇ। ਵਲ ਛਲ ਦਗਾ ਝੂਠ ਚੋਰੀ ਠੱਗੀ ਪਾਪ, ਠੀਕ ਹੈ। ਹੋ ਜਾ ਸਿੱਧਾ ਤੀਰ ਵਾਂਗ, ਰਾਜੇ ਤੂੰ ਪਾਣਾ ਹੈ, ਠੀਕ ਹੈ। ਦੇਖ ਲਓ, ਇਹਦੇ ਵਿੱਚ ਵੀ ਉਹ ਨੇ। ਤਾਂ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਇਹ ਦੇਖੋ ਕਿੰਨਾ ਸੋਹਣਾ ਲਿਖਿਆ ਹੋਇਆ, ਵਰਨਾਂ ਦੀ ਗਿਣਤੀ ਕੀਤੀ ਹੋਈ ਹੈ ਬੱਚੋ। ਜੇ ਤੂੰ ਪੰਧ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ, ਪੱਲਾ ਫੜ ਘੁੱਟ ਕੇ ਤੂੰ ਜੱਗ ਵਿੱਚ ਇੱਕ ਦਾ ਹੀ, ਜਣੇ ਖਣੇ ਨਾਲ ਪਿਆ ਐਵੇਂ ਨਾ ਪਿਆਰ ਗੰਢ, ਭਲਾ ਰੱਬ ਆਸਰੇ ਨੂੰ ਜੱਗ ਦੀ ਮੁਹਤਾਜੀ ਕੀ ਏ, ਸਿਰ ਉੱਤੇ ਚੁੱਕਦਾ ਨਾ ਘੋੜ ਅਸਵਾਰ ਗੰਢ, ਘੁੱਟ ਘੁੱਟ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਹੈ ਪੈਸਿਆਂ ਦੀ ਮਾਰ ਗੰਢ। ਇਹਦੇ ਵਿੱਚ 32 32 ਆ ਗਏ ਨਾ। ਅਤੇ ਫਿਰ ਅੱਗੇ ਆ ਗਿਆ ਚਾਤਰਿਕ ਜੀ ਨੇ ਲਿਖਿਆ, ਕੱਕਰਾਂ ਨੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ, ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ, ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ, ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ, ਬਾਗਾਂ ਵਿੱਚ ਬੂਟਿਆਂ ਨੇ ਡੋਡੀਆਂ ਉਭਾਰੀਆਂ ਤੇ ਮਿੱਠੀ ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ, ਖਿੜ ਖਿੜ ਹੱਸਦੀਆਂ ਵਸਦਾ ਜਹਾਨ ਵੇਖ, ਗੁੱਟ ਉੱਤੇ ਕੇਸਰ ਗੁਲਾਬ ਉੱਤੇ ਲਾਲੀਆਂ। ਸੋ ਦੇਖੋ ਬੱਚੋ, ਇਹ ਲਿਖਿਆ ਹੋਇਆ ਇਹਦੇ ਵਿੱਚ 31 ਵਰਨ ਨੇ, ਠੀਕ ਹੈ, ਵੱਖਰ ਨੇ, ਠੀਕ ਹੈ। ਤਾਂ ਹੁਣ ਅੱਗੇ ਕੋਰੜਾ ਛੰਦ ਦੇਖਦੇ ਆਪਾਂ। ਕੋਰੜਾ ਨਿਰੋਲ ਪੰਜਾਬੀ ਛੰਦ ਹੈ। ਕੋਰੜਾ ਦਾ ਅਰਥ ਹੈ ਚਾਬਕ। ਚਾਬਕ ਨਹੀਂ ਹੁੰਦਾ ਬੱਚੋ, ਜਿਹੜੇ ਪਹਿਲਾਂ ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਸੀ ਉਹ ਚਾਬਕ ਮਾਰੇ ਜਾਂਦੇ ਸਨ, ਹੈ ਨਾ। ਚਮੜੇ ਦੇ ਬਣੇ ਹੋਏ ਸੋਟੀ ਹੁੰਦੀ ਹੈ ਜਿਹੜੀ, ਇਸ ਨੂੰ ਹਿੰਦੂ ਉਰਦੂ ਦੇ ਵਿੱਚ ਕੋੜਾ ਕਿਹਾ ਜਾਂਦਾ ਹੈ। ਕੋਰੜਾ ਵਰਨਿਕ ਛੰਦ ਹੈ। ਇਸ ਦੀ ਪਛਾਣ ਲਈ ਵਰਨ ਅੱਖਰ ਗਿਣੇ ਜਾਂਦੇ ਹਨ। ਕੋਰੜਾ ਛੰਦ ਵਿੱਚ ਤੁਕਾਂ ਦੀ ਕੋਈ ਪਾਬੰਦੀ ਨਹੀਂ, 2 ਤੁਕਾਂ ਲੈ ਕੇ ਅੱਗੇ ਕਿੰਨੀਆਂ ਵੀ ਤੁਕਾਂ ਰੱਖੀਆਂ ਜਾ ਸਕਦੀਆਂ ਹਨ, ਪਰ ਆਮ ਤੌਰ 'ਤੇ 4 ਤੁਕਾਂ ਦਾ ਜੁੱਟ ਹੁੰਦਾ ਹੈ। ਤੁਕਾਂ ਮਤਲਬ ਲਾਈਨਾਂ ਦਾ, ਠੀਕ ਹੈ ਨਾ। ਕੋਰੜੇ ਦੀ ਹਰ ਤੁਕ ਵਿੱਚ 13 ਜਾਂ 14 ਵਰਨ ਹੁੰਦੇ ਹਨ। ਵਿਸ਼ਰਾਮ 6 ਜਾਂ ਮਤਲਬ 7 ਜਾਂ 7 ਨੂੰ ਮੰਨਿਆ ਜਾਂਦਾ ਹੈ, ਪਰ ਜ਼ਿਆਦਾਤਰ ਵਿਸ਼ਰਾਮ ਤੁਕ ਦੇ ਅੰਤ 'ਤੇ ਹੀ ਹੁੰਦਾ ਹੈ। ਤੁਕਾਂ ਦੇ ਅੰਤ ਵਿੱਚ ਤੁਕਾਂਤ ਮੇਲ ਹੁੰਦਾ ਹੈ, ਮਤਲਬ ਮਿਲਦੇ ਨੇ ਅਖੀਰਲੇ ਅੱਖਰ। ਕੋਰੜਾ ਮਲਵਈ ਬੋਲੀ ਪੰਜਾਬੀ ਦਾ ਹਰਮਨ ਪਿਆਰਾ ਛੰਦ ਹੈ। ਮਾਲਵੇ ਦੀ ਕਵਿਸ਼ਰੀ ਵਿੱਚ ਕੋਰੜਾ ਛੰਦਾਂ ਦਾ ਬਹੁਤ ਪ੍ਰਯੋਗ ਹੋਇਆ ਹੈ। ਚੜਿਆ ਜੋ ਦੁੱਲਾ ਅੱਗੇ ਹੋਣੀ ਆਮਦੀ, ਦੇਖੋ 13 ਵਰਨ ਆ ਗਏ ਨਾ। ਅਤੇ ਆਪਾਂ ਦੇਖਦੇ ਹਾਂ ਇਹਦੀਆਂ ਜਿਹੜੀਆਂ ਤੁਕਾਂ ਨੇ ਬੱਚੋ। ਦੁੱਲਾ ਦੁੱਲਾ ਨਾਮ ਲੈ ਕੇ ਸੀ ਬੁਲਾਮਦੀ, ਕੰਡਿਆਂ ਦਾ ਵੇ ਮੈਂ ਰੱਖਿਆ ਭਰਾਈ ਕੇ, ਦੁੱਲਿਆ ਵੇ ਟੋਕਰਾ ਚੁਕਾਈ ਆਈ ਕੇ, ਠੀਕ ਹੈ ਬੱਚੇ। ਤੁਸੀਂ ਯਾਦ ਰੱਖਣਾ ਇੱਕ ਇੱਕ ਤੁਕ, ਤੁਸੀਂ ਚੰਗੀ ਤਰ੍ਹਾਂ ਜੋ ਇੱਕ ਇੱਕ ਉਦਾਹਰਨ ਉਹ ਯਾਦ ਰੱਖਣੀ ਹੈ, ਠੀਕ ਹੈ ਨਾ। ਭੁੱਲ ਕੇ ਵੀ ਤੁਰੋ ਨਾ ਬੰਦੇ ਖੋਟੇ ਨਾਲ ਜੀ, ਫੜੋ ਨਾ ਬੁਰਾਈ ਵਾਲੀ ਕੋਈ ਚਾਲ ਜੀ, ਬੁਰਾ ਕਦੇ ਕਿਸੇ ਦਾ ਨਹੀਂ ਤੁਸਾਂ ਕਰਨਾ, ਨੇਕੀ ਵਾਲੀ ਕਾਰ ਤੋਂ ਨਹੀਂ ਕਦੇ ਡਰਨਾ, ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਚੇ ਮਾਰ ਵੰਜਲੀ ਆਨੰਦ ਛਾ ਗਿਆ, ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ, ਠੀਕ ਹੈ ਨਾ। ਹੁਣ ਅੱਗੇ ਆਪਾਂ ਦੇਖਦੇ ਹਾਂ ਦੋਹਰਾ ਛੰਦ। ਪੰਜਾਬੀ ਵਿੱਚ ਦੋਹਰਾ ਜਾਂ ਦੋਹਰਾ ਸ਼ਬਦ ਜੋੜ ਪ੍ਰਚਲਿਤ ਹਨ। ਦੋਹਰਾ ਮਾਤਰਿਕ ਛੰਦ ਹੈ ਕਿਉਂਕਿ ਇਸ ਦੇ ਵਜ਼ਨ ਤੋਲ ਨੂੰ ਮਾਪਣ ਲਈ ਮਾਤਰਾ ਦੀ ਗਿਣਤੀ ਕਰਨੀ ਪੈਂਦੀ ਹੈ, ਠੀਕ ਹੈ ਨਾ ਬੱਚੋ। ਦੋਹਰੇ ਵਿੱਚ 2 ਤੁਕਾਂ, ਦੋਹਰਾ ਮਤਲਬ 2 ਡਬਲ, ਅਤੇ 4 ਚਰਨ ਹੁੰਦੇ ਹਨ। ਹਰ ਤੁਕ ਵਿੱਚ 24 ਮਾਤਰਾ ਹੁੰਦੀਆਂ ਹਨ ਅਤੇ ਹਰ ਤੁਕ ਵਿੱਚ 2 ਵਿਸ਼ਰਾਮ ਹੁੰਦੇ ਹਨ। ਪਹਿਲਾ ਵਿਸ਼ਰਾਮ 13 ਮਾਤਰਾ ਅਤੇ ਦੂਜਾ ਵਿਸ਼ਰਾਮ 11 ਮਾਤਰਾ 'ਤੇ ਹੁੰਦਾ ਹੈ। ਦੂਜੀ ਤੁਕ ਵਿੱਚ ਵੀ 13
ਜਮਾ 11 ਤੇ ਵਿਸ਼ਰਾਮ ਹੁੰਦਾ ਹੈ। ਤੁਕਾਂ ਦੇ ਅੰਤ ਜਾਂ ਦੂਜੇ ਤੇ ਚੌਥੇ ਚਰਨ ਦੇ ਅਖੀਰ ਤੇ ਤੁਕਾਂ ਦਾ ਜੋ ਤੁਕਾਂਤ ਮੇਲ ਹੁੰਦਾ ਹੈ। ਦੋਹਰਾ ਮਾਲਵੇ ਦੀ ਕਵਿਸ਼ਰੀ ਵਿੱਚ ਪ੍ਰਚਲਿਤ ਹੈ। ਬੱਚਿਓ ਆਪਾਂ ਪੜ੍ਹਿਆ ਸੀ ਨਾ, ਸੱਸਾ ਗੁਰੂ ਹੋਏਗਾ ਅਤੇ ਜੋ ਆਪਾਂ ਏਕੇ ਪਾਏ ਨੇ ਉਹ ਆਪਾਂ ਲਘੂ ਹੈ ਨਾ, ਛੋਟੇ ਅਤੇ ਵੱਡੇ ਅੱਖਰ ਜੋ ਆਪਾਂ ਲਗਾ ਮਾਤਰਾ ਵੰਨ ਦੇ ਨਾਲ ਮਿਲਦੇ ਉਹਨਾਂ ਨਾਲ ਕੀਤਾ ਸੀ। ਠੀਕ ਹੈ, ਪੂਰਨ ਤੂੰ ਪਰਮਾਤਮਾ ਦੇਖੋ ਕਿੰਨੇ ਹੋ ਗਏ ਇਹ। ਠੀਕ ਹੈ, ਘਟ ਘਟ ਰਿਹਾ ਸਮਾਏ ਜਿਉ ਮਹਿੰਦੀ ਕੇ ਪਾਤ ਮੈਂ ਲਾਲੀ ਲਖੀ ਨਾ ਜਾਏ। ਠੀਕ ਹੈ ਨਾ, ਦੇਖਿਆ ਵੀ 24 ਮਾਤਰਾਵਾਂ 13 ਜਮਾ 1 ਨੇ, ਫਿਰ 24 ਨੇ। ਠੀਕ ਹੈ ਨਾ, ਪੋਠੋ ਹਾਰੀ ਮਾਲਵੀ ਜਾਪਣ ਕਈ ਜਵਾਨ ਲੱਗਣ ਕਈ, ਠੀਕ ਹੈ, ਪਛਾੜਦੇ ਜਾਪਣ ਕਈ ਪਠਾਨ। ਚਲੋ ਫਿਰ ਇਹਨਾਂ ਦੀ ਵੀ ਉਹੀ ਨੇ, 24 ਆ ਗਏ ਨਾ। ਅੱਗੇ ਆ ਗਿਆ ਚੌਪਈ। ਚੌਪਈ ਜਾਂ ਚੌਪਾਈ ਸੰਸਕ੍ਰਿਤੀ ਸ਼ਬਦ ਦੇ ਚਤੁਸ਼ਟਪਦੀ ਤੋਂ ਹੈ। ਚੌਪਈ ਇੱਕ ਮਾਤ੍ਰਿਕ ਛੰਦ ਹੈ। ਚੌਪਈ ਦਾ ਅਰਥ ਹੈ 4 ਪੱਟ ਜਾਂ 4 ਚਰਨ ਵਾਲਾ ਛੰਦ। ਇਸ ਛੰਦ ਵਿੱਚ 4 ਚਰਨ ਹੁੰਦੇ ਹਨ। ਹਰ ਚਰਨ ਵਿੱਚ 15 ਜਾਂ 16 ਮਾਤਰਾਵਾਂ ਹੁੰਦੀਆਂ ਹਨ। ਅੰਤ ਵਿੱਚ ਤੁਕਾਂਤ ਮੇਲ ਹੁੰਦਾ ਹੈ। ਪਹਿਲਾ ਵਿਸ਼ਰਾਮ 8 ਤੇ ਦੂਜਾ ਵਿਸ਼ਰਾਮ 7-8 ਤੇ ਹੁੰਦਾ ਹੈ। 15 ਮਾਤਰਾਵਾਂ ਵਾਲੇ ਚੌਪਈ ਛੰਦ ਵਿੱਚ ਅੰਤ ਵਿੱਚ ਲਘੂ ਅਤੇ 16 ਮਾਤਰਾ ਵਾਲੇ ਵਿੱਚ ਅੰਤ ਵਿੱਚ ਗੁਰੂ ਹੁੰਦਾ ਹੈ ਬੱਚੋ। ਠੀਕ ਹੈ ਨਾ, ਅਤੇ ਇਹ ਛੰਦ ਕਥਾ ਕਾਵਿ ਅਤੇ ਬੀਰ ਕਾਵਿ ਜਿਹੀਆਂ ਲੰਮੀਆਂ ਰਚਨਾਵਾਂ ਲਈ ਬਹੁਤ ਹਰਮਨ ਪਿਆਰਾ ਹੈ, ਕਿਉਂਕਿ ਘਟਨਾਵਾਂ, ਦ੍ਰਿਸ਼ਾਂ ਅਤੇ ਕਥਾ ਪ੍ਰਸੰਗਾਂ ਦੇ ਬਿਆਨ ਕਰਨ ਲਈ ਚੌਪਈ ਦੀ ਸ਼ੈਲੀ ਉੱਤਮ ਮੰਨੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਰਚਿਤ ਅਕਾਲ ਉਸਤਤ, ਬਚਿੱਤਰ ਨਾਟਕ ਆਦਿ ਬਾਣੀਆਂ ਵਿੱਚ ਚੌਪਈ ਛੰਦ ਦੀ ਵਰਤੋਂ ਹੋਈ ਹੈ। ਤੁਲਸੀਦਾਸ ਰਚਿਤ ਰਾਮਾਇਣ ਰਾਮਚਰਿਤ੍ਰ ਮਾਨਸ ਵਿੱਚ ਵੀ ਚੌਪਈ ਦਾ ਸਫਲ ਪ੍ਰਯੋਗ ਹੋਇਆ ਹੈ। ਠੀਕ ਹੈ ਨਾ, ਜਦ ਤੋਂ ਵੀਰਾ ਦੂਰ ਗਿਆ ਏ, ਇਹ ਦੇਖੋ 16 ਆ ਗਈਆਂ। ਠੀਕ ਹੈ, ਦਿਲ ਮੇਰਾ ਕਰ ਚੂਰ ਗਿਆ ਏ, ਹੇ ਵੀਰਾ ਹੁਣ ਮੁੱਖ ਵਿਖਾ ਜਾ, ਹਿਰਦੇ ਅੰਦਰ ਠੰਡਾ ਪਾ ਜਾ। ਠੀਕ ਹੈ ਨਾ ਬੱਚਿਓ, ਦੇਖੋ ਮਾਤਰਾਵਾਂ ਲਿਖੀਆਂ ਹੋਈਆਂ ਨੇ, 16-16 ਨੇ, ਹੈ ਨਾ। ਵੀਰਾ ਮੇਰਾ ਬੜਾ ਦਲੇਰ, ਮਾਰ ਪਲਾਕੀ ਚੜ੍ਹਦਾ ਸ਼ੇਰ, ਦਬਕਾ ਜੇਕਰ ਦੇਵੇ ਮਾਰ, ਨੱਸਣ ਵੈਰੀ ਸਾਗਰ ਪਾਰ। ਠੀਕ ਹੈ ਨਾ, ਇਸ ਵਿੱਚ ਕਿੰਨੀਆਂ ਆ ਗਈਆਂ ਬੱਚੋ? 15। ਠੀਕ ਹੈ ਨਾ, ਸੋ ਆਪਾਂ ਹੁਣ ਅੱਗੇ ਦੇਖਦੇ ਹਾਂ। ਅਬ ਮੈਂ ਆਪਣੀ ਕਥਾ ਬਖਾਨੋ, ਤਬ ਸਾਧਕ ਜੇ ਵਿਦ ਮੋਹ ਆਨੋ। ਠੀਕ ਹੈ, ਤਾਂ ਫਿਰ ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚੇ ਸੋਏ ਦਰ ਰਾਜਾਨ, ਪੰਚ ਕਾ ਗੁਰੂ ਏਕ ਧਿਆਨ। ਠੀਕ ਹੈ, ਪੰਚਾਂ ਕਾ ਗੁਰੂ ਏਕ ਧਿਆਨ। ਸੁਣੀਏ ਈਸਰ ਬਰਮਾ ਇੰਦ, ਸੁਣੀਏ ਮੁਖ ਸਲਾਹਣ ਮੰਦ, ਸੁਣੀਏ ਜੋਗ ਜੁਗਤ ਤਨ ਭੇਦ, ਸੁਣੀਏ ਸਾਸਤ ਸਿਮਰਤ ਵੇਦ। ਠੀਕ ਹੈ ਨਾ, ਤਾਂ ਉਸ ਤੋਂ ਬਾਅਦ ਆ ਗਿਆ ਦਵਈਆ ਛੰਦ ਬੱਚੋ। ਲੱਛਣ ਦੇਖਦੇ ਆਪਾਂ। ਦਵਈਆ ਛੰਦ ਨੂੰ ਦਵਿਆ ਜਾਂ ਦਵਈਆ ਵੀ ਲਿਖਿਆ ਜਾਂਦਾ ਹੈ। ਠੀਕ ਹੈ ਨਾ, ਪਰ ਅੱਧਕ ਪਾ ਕੇ ਦਵਈਆ ਲਿਖਣਾ ਠੀਕ ਨਹੀਂ, ਕਿਉਂਕਿ ਅੱਧਕ 2 ਦੁੱਤ ਵਿਅੰਜਨਾਂ 'ਤੇ ਪੈਂਦਾ ਹੈ। ਦਵਈਆ ਪੰਜਾਬੀ ਕਿੱਸਾਕਾਰਾਂ ਦਾ ਹਰਮਨ ਪਿਆਰਾ ਛੰਦ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀਆਂ 28 ਮਾਤਰਾਵਾਂ ਹੁੰਦੀਆਂ ਹਨ, 16 ਜਮਾ 12। ਠੀਕ ਹੈ ਨਾ, ਅਤੇ ਵਿਸ਼ਰਾਮ ਹੁੰਦਾ ਹੈ ਅਤੇ 2-2 ਤੁਕ ਦਾ ਤੁਕਾਂਤ ਮਿਲਦਾ ਹੈ। ਉਦਾਹਰਨ ਲਈ, ਰਾਤੀ ਨੀਂਦ ਆਰਾਮ ਨਾ ਆਵੇ, ਦਿਨੇ ਰਹੇ ਨਿਤ ਰਾਹੀ, ਹਾਸ਼ਮ ਜਾਨ ਛੁਡਾਵਣ ਮੁਸ਼ਕਿਲ, ਬੁਰੀ ਇਸ਼ਕ ਦੀ ਫਾਹੀ। ਅਤੇ ਆਹੀ ਮਾਰੇ ਤੇ ਗਮ ਖਾਵੇ, ਪੀਵੇ ਖੂਨ ਜਿਗਰ ਦਾ, ਰੋਵੇ ਪੀੜ ਕਰੇ ਦਿਲ ਘਾਇਲ, ਜ਼ਖਮੀ ਵਸਲ ਹਿਜਰ ਦਾ। ਠੀਕ ਹੈ, ਸੋਹਣੀ ਮਹਿਵਾਲ ਕਿਸੇ ਚੋਂ ਆ। ਥਲ ਵਿੱਚ ਗੌਰ ਸੱਸੀ ਦੀ ਕਰਕੇ, ਵਾਂਗ ਯਤੀਮ ਨਿਮਾਣੀ। ਠੀਕ ਹੈ ਨਾ, ਤਾਂ ਗਲ ਖਫਨੀ ਸਿਰ ਪਾਈ ਬਰਹੀਨਾ, ਬੈਠ ਗੌਰ ਸਿਰਾਣੀ, ਇੱਕ ਗੱਲ ਜਾਣ ਲਈ ਜਗਫਾਨੀ, ਹੋਰ ਕਲਾਮ ਨਾ ਜਾਣੀ, ਹਾਸ਼ਮ ਖਾਸ ਫਕੀਰੀ ਇਹੋ, ਕੌਣ ਪਰ ਇਹ ਕੌਣ ਪਛਾਣੀ। ਠੀਕ ਹੈ ਨਾ ਬੱਚੋ, ਅਸੀਂ ਹਾਸ਼ਮ ਨੇ ਲਿਖੀ ਹੈ ਜਿਹੜੀ, ਉਹਨਾਂ ਦੇ ਵਿੱਚੋਂ ਆ। ਅੱਗੇ ਆ ਗਿਆ ਬੈਂਤ ਛੰਦ। ਬੈਂਤ ਅਤੇ ਬੈਂਤ ਇਹ ਦੋਵੇਂ ਰੂਪ ਪ੍ਰਚਲਿਤ ਹਨ। ਬੈਂਤ ਅਰਬੀ ਭਾਸ਼ਾ ਤੋਂ ਆਇਆ ਹੈ। 2 ਤੁਕਾਂ ਦਾ ਮਾਤ੍ਰਿਕ ਛੰਦ ਹੋਣ ਕਾਰਨ ਇਹ ਲੰਮੀ ਰਚਨਾ ਲਈ ਬੜਾ ਉਚਿਤ ਮੰਨਿਆ ਜਾਂਦਾ ਹੈ। ਪਰ ਹੁਣ ਲੰਮੇ ਬੈਂਤ ਪੰਜਾਬੀ ਵਿੱਚ ਲਿਖੇ ਮਿਲਦੇ ਹਨ। ਬੈਂਤ ਦੀਆਂ ਕਈ ਕਿਸਮਾਂ ਹਨ। 4 ਤੁਕਾਂ ਤੋਂ ਲੈ ਕੇ 20-22 ਤੁਕਾਂ ਤੱਕ ਬੈਂਤ ਦੀ ਲੰਬਾਈ ਵੇਖੀ ਜਾਂਦੀ ਹੈ। ਹਰ ਤੁਕ ਵਿੱਚ 40 ਮਾਤਰਾ ਹੁੰਦੀਆਂ ਹਨ ਅਤੇ ਵਿਸ਼ਰਾਮ 20 'ਤੇ ਹੁੰਦਾ ਹੈ, ਪਰ ਕਈ ਵਾਰ 19 ਜਾਂ 21 ਮਾਤਰਾ 'ਤੇ ਵੀ ਵਿਸ਼ਰਾਮ ਹੋ ਜਾਂਦਾ ਹੈ। ਆਮ ਤੌਰ 'ਤੇ ਬੈਂਤ ਵਿੱਚ 4 ਤੁਕਾਂ ਦਾ ਹੀ ਵਿਧਾਨ ਹੈ। ਹਰ ਤੁਕ ਦੇ ਅੰਤ ਵਿੱਚ ਤੁਕਾਂਤ ਮੇਲ ਹੁੰਦਾ ਹੈ।
ਅਹਿਮਦ ਮੁਕਬਲ ਤੇ ਵਾਰਿਸ ਦਾ ਇਹ ਛੰਦ ਰਚਨਾ ਵਿੱਚ ਵਿਸ਼ੇਸ਼ ਸਥਾਨ ਹੈ। ਰੱਬ ਰੱਬ ਤਾਂ ਆਖਦਾ ਜਗ ਸਾਰਾ, ਕਿੰਨੇ ਰੱਬ ਦੀ ਮੂਲ ਨਾ ਸਾਰ ਲੀਤੀ। ਕਿਤੇ ਭਾਲਦੇ ਜਾਇ ਕੇ ਜੰਗਲਾਂ ਮੇ, ਕਿਤੇ ਨਗਨ ਹੀ ਧਾਰਨਾ ਧਾਰ ਲੀਤੀ। ਠੀਕ ਹੈ ਨਾ। ਦੇਖੋ ਬੱਚੋ ਇਹ 40 ਹੋ ਗਿਆ ਹੈ ਨਾ। ਤਾਂ ਉਸ ਤੋਂ ਬਾਅਦ ਰਲੇ ਦਿਲਾਂ ਨੂੰ ਜਿਹੜੇ ਵਿਛੋੜਨ ਨਹੀਂ, ਬੁਰੀ ਬਣੇਗੀ ਤਿਨਾਂ ਹਥਿਆਰਿਆਂ ਨੂੰ, ਨਿਤ ਹਿਰਸ ਦੇ ਫਿਕਰ ਵਿੱਚ ਗਲਤਾਨ ਰਹਿੰਦੇ, ਇਹ ਸ਼ਾਮ ਤਾਂ ਰੱਬ ਦੇ ਮਾਰਿਆਂ ਨੂੰ। ਫਿਰ ਉਸ ਤੋਂ ਬਾਅਦ ਰਾਂਝਾ ਆਖਦਾ ਛੜਾ ਛੜਾ ਖਾਂ ਮੈਂ, ਨਹੀਂ ਜਿਉਂਦਾ ਮਾਊ ਤੇ ਬਾਪ ਮੇਰਾ। ਠੀਕ ਹੈ ਬੱਚੋ। ਤੁਸਾਂ ਤੁਠਿਆ ਹੋਈ ਜੀ ਕੰਮ ਮੇਰਾ, ਤੁਸਾਂ ਤੁਠਿਆ ਉਤਰੇ ਪਾਪ ਮੇਰਾ। ਠੀਕ ਹੈ ਨਾ ਬੱਚੋ। ਤੇ ਇਹ ਸਾਰਾ ਕੁਝ ਸੀ ਬੱਚੋ ਛੰਦ ਦੇ ਬਾਰੇ ਆਪਾਂ ਪੜ੍ਹਿਆ, ਬੜਾ ਸੋਹਣਾ ਪੜ੍ਹਿਆ। ਤੇ ਹੁਣ ਆਪਾਂ ਔਖੇ ਸ਼ਬਦ ਦੇਖਦੇ ਹਾਂ। ਲਘੂ ਦਾ ਮਤਲਬ ਕੀ ਹੁੰਦਾ ਬੱਚੋ? ਛੋਟੀ। ਗੁਰੂ ਵੱਡੀ। ਫਿਰਾਕ ਵਿਛੋੜਾ, ਵਿਯੋਗ ਜੁਦਾਈ। ਤੇ ਕਚਰਾ ਕਦੋਂ ਤੱਕ, ਕਿੰਨੇ ਵਕਤ ਤੱਕ। ਸਪਤ ਸ੍ਰਿੰਗ ਹਿਮਾਲਿਆ ਦੀ ਧਾਰਾ ਵਿੱਚ ਬਦਰੀ ਨਾਰਾਇਣ ਦੇ ਕੋਲ, ਹੇਮਕੁੰਟ ਦੇ ਨੇੜੇ ਇੱਕ 7 ਚੋਟੀਆਂ ਵਾਲਾ ਪਹਾੜ। ਘਾਇਲ ਜ਼ਖਮੀ ਫੱਟੜ, ਖਫਨੀ ਖਫਨ ਨਾਲ ਸੰਬੰਧਿਤ, ਗਲਤਾਨ ਫਸਿਆ ਹੋਇਆ, ਰੁੱਝਿਆ ਹੋਇਆ। ਠੀਕ ਹੈ ਨਾ ਬੱਚੋ। ਸੋ ਇਹ ਸੀ ਸਾਰਾ ਜੋ ਆਪਾਂ ਛੰਦ ਪੜ੍ਹਿਆ ਬੱਚੋ। ਧਿਆਨ ਨਾਲ ਸੁਣਿਓ। ਭਾਸ਼ਾ ਔਖੀ ਨਹੀਂ ਹੁੰਦੀ, ਇਹ ਬਸ ਸੌਖੀ ਹੈ, ਪਰ ਇਹ ਥੋੜ੍ਹੀ ਜਿਹੀ ਸ਼ਿੰਗਾਰੀ ਹੋਈ ਹੈ, ਬਹੁਤ ਸੌਖੀ ਹੈ। ਬਸ ਛੰਦ ਆਪਾਂ ਸੰਖੇਪ ਦੇ ਵਿੱਚ ਕਹਾਂਗੇ ਬੱਚੋ ਵੀ ਹਰ ਇੱਕ ਸਤਰ ਲਾਈਨ, ਠੀਕ ਹੈ, ਤੁਕ ਦੇ ਵਿੱਚ ਅੱਖਰਾਂ ਵਰਨਾਂ ਦੀ ਜਦੋਂ ਗਿਣਤੀ ਮਿਣਤੀ ਜਿਹੜੀ ਰੱਖੀ ਇਕਸਾਰ ਰੱਖੀ ਹੁੰਦੀ ਹੈ ਨਾ, ਵੀ ਇੰਨੇ ਅੱਖਰ ਹੋਣਗੇ, ਇੰਨੇ ਵਰਨ ਹੋਣਗੇ, ਤੁਕਾਂਤ ਕਿੱਥੇ ਹੋਏਗਾ, ਕਿਸ ਤਰ੍ਹਾਂ, ਸਾਰਾ ਕੁਛ ਬੱਚਿਓ ਮਾਤਰਾਵਾਂ ਸਾਰੀਆਂ ਗਿਣਤੀ ਮਿਣਤੀ ਨਾਲ ਕੰਮ ਕਰਨਾ। ਠੀਕ ਹੈ ਨਾ। ਅਤੇ ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਠੀਕ ਹੈ, ਉਸ ਨੂੰ ਆਪਾਂ ਛੰਦ ਕਹਿੰਦੇ ਹਾਂ। ਜਿਵੇਂ ਆਪਾਂ ਕੋਈ ਖਾਣਾ ਬਣਾਉਂਦੇ ਹਾਂ, ਠੀਕ ਹੈ, ਖਾਣੇ ਦੇ ਵਿੱਚ ਆਪਾਂ ਸਾਰੀਆਂ ਮਾਤਰਾਵਾਂ ਰੱਖਦੇ ਵੀ ਇੰਨਾ ਨਮਕ ਮਿਰਚ ਇਹ ਸਾਰਾ ਹੋਏਗਾ। ਇਸ ਤਰ੍ਹਾਂ ਛੰਦ ਦਾ ਮਤਲਬ ਵੀ ਜੋ ਵੀ ਚੀਜ਼ ਆਪਾਂ ਲਿਖ ਰਹੇ ਹਾਂ, ਕਵਿਤਾ ਲਿਖ ਰਹੇ ਹਾਂ, ਕਵਿਤਾ ਦੇ ਵਿੱਚ ਉਨੇ ਹੀ ਅੱਖਰ ਹੋਣਗੇ, ਹਰ ਇੱਕ ਤੁਕ ਦੇ ਵਿੱਚ ਮਾਤਰਾਵਾਂ ਹੋਣਗੀਆਂ। ਠੀਕ ਹੈ ਬੱਚੋ, ਇਹ ਯਾਦ ਰੱਖਣਾ ਹੈ। ਅਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਸਮਝ ਆਇਆ ਹੋਏਗਾ ਬੱਚੋ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।